ਲਾ ਕੇ ਕਹਾਣੀ ਐਵੇਂ ਯਾਰਾ ਕਿ ਇੱਕ ਹੁੰਦਾ ਬਾਦਸ਼ਾਹ, ਉਹਦੀ ਹੁੰਦੀ ਹੈ ਧੀ ਜਵਾਨ ਸੋਹਣੀ। ਉੱਥੋਂ ਦੀ ਦੇ ਦਾ ਨਾਂਗਾ ਟਾਪਾ ਹੁੰਦਾ, ਦੇ ਦਾ ਨਾਂਗਾ ਟਾਪਾ ਹੁੰਦਾ ਤੇ ਦੇ ਉਹਦੇ ਤੇ ਆਸ਼ਕ ਹੁੰਦਾ। ਉਹ ਦੇ ਦਾ ਇੱਕ ਦਿਨ ਲੱਗਦਾ ਹੀ ਦਾ ਤੇ ਉਹ ਨਾ ਬਾਦਸ਼ਾਹ ਦੀ ਧੀ ਚੱਕ ਕੇ ਲੈ ਜਾਂਦਾ। ਹਾਂਜੀ। ਬਾਦਸ਼ਾਹ ਦੀ ਧੀ ਜਦੋਂ ਲੈ ਜਾਂਦਾ ਚੱਕ ਕੇ ਤੇ ਬਾਦਸ਼ਾਹ ਰੋਂਦਾ ਕਰਲਾਂਦਾ, ਭੱਜਦਾ ਨੱਸਦਾ, ਬੜੇ ਬੜੇ ਬਾਦਸ਼ਾਹਾਂ ਨੂੰ ਇਕੱਠਿਆਂ ਕਰਦਾ, ਕੋਈ ਹਮ ਹੀ ਨਹੀਂ ਭਰਦਾ। ਤੇ ਉਹਦਾ ਜਿਹੜਾ ਵਜ਼ੀਰ ਹੈ ਨਾ, ਉਹ ਕਹਿੰਦਾ ਜਿਵੇਂ ਬਾਦਸ਼ਾਹ ਮੇਰੇ ਕੋਲ ਇੱਕ ਬੰਦਾ ਹੈ, ਉਹ ਆਪਣੀ ਸ਼ਹਿਜ਼ਾਦੀ ਨੂੰ ਲੈ ਕੇ ਆਵੇਗਾ ਦੇ ਕੋਲੋਂ ਛਡਾ ਕੇ। ਬਾਦਸ਼ਾਹ ਕਹਿੰਦਾ ਅੱਲਾ ਦੇ ਬੰਦਿਆਂ ਉਹਨੂੰ ਸੱਦ, ਆਪਾਂ ਜੋ ਮੂੰਹ ਮੰਗੇਗਾ ਨਾਮ ਉਹਨੂੰ ਦਿਆਂਗੇ। ਤੇ ਗੱਲ ਇਹ ਵੀ ਮੇਰੀ ਨਾ ਧੀ ਨੂੰ ਲੈ ਆਵੇ ਦੇ ਕੋਲੋਂ ਜ਼ਿੰਦਗੀ ਬਚਾ ਕੇ। ਉਹ ਵਜ਼ੀਰ ਉਹਨੂੰ ਸੱਦਾ, ਜੱਟ ਆ ਜਾਂਦਾ। ਜੱਟ ਗੱਲਬਾਤ ਸੁਣਦਾ। ਜੱਟ ਪਹਿਲਾਂ ਤਾਂ ਕਹਿੰਦਾ ਯਾਰ ਕੰਮ ਤੇ ਬਾਦਸ਼ਾਹ ਔਖਾ ਹੈ, ਸਿਰ ਧੜ ਦੀ ਬਾਜੀ ਲਾਣੀ ਪੈਣੀ ਹੈ, ਪਰ ਚਲੋ ਤੇਰੀ ਧੀ ਦਾ ਕੰਮ ਹੈ ਤੇ ਇਨਸ਼ਾਅੱਲਾ ਮੈਂ ਨਾ ਕੋਸ਼ਿਸ਼ ਕਰਾਂਗਾ ਲੈ ਕੇ ਆਵਾਂਗਾ। ਸਹੀ। ਮੈਨੂੰ ਤੁਸੀਂ ਮਾੜੀ ਮੋਟੀ ਕੋਈ ਨਿਸ਼ਾਨੀ ਦੱਸ ਦਿਓ। ਉਹਨੇ ਕਿਹਾ ਵੀ ਨਿਸ਼ਾਨੀ ਹੋਰ ਦਾ ਪਤਾ ਨਹੀਂ, ਇੱਧਰੋਂ ਆਉਂਦਾ ਹੈ ਤੇ ਇੱਧਰ ਹੀ ਜਾਂਦਾ ਹੈ। ਪੁਰਾਣੇ ਖੂਹ ਤੇ। ਹਾਂ, ਕੋਈ ਇੱਧਰ ਖੂਹ ਹੈ ਬਾਰ ਦੇ ਵਿੱਚ, ਉਸ ਖੂਹ ਤੇ ਉਹਦਾ ਰੈਸ਼ ਹੈ। ਉਹਨੇ ਕਿਹਾ ਮੁੱਕ ਗਈ ਜੀ, ਮੈਂ ਹੁਣ ਨਾ ਉਸ ਦਿਨ ਹੀ ਮੁੜਾਂਗਾ, ਜੇ ਜੀਂਦਾ ਰਿਹਾ ਤਾਂ ਤੇਰੀ ਧੀ ਲੈ ਕੇ ਆਵਾਂਗਾ, ਜੇ ਮਰ ਗਿਆ ਤੇ ਫਿਰ ਅੱਲਾ ਨੂੰ ਸੌਂਪ। ਸਹੀ। ਜੱਟ ਟੁਰ ਪੈਂਦਾ। ਜੱਟ ਕੋਲੇ ਇੱਕ ਬਾਂਦਰ ਹੁੰਦਾ, ਬਾਂਦਰ ਹੁੰਦਾ ਬੇਲੀ ਹੁੰਦਾ, ਉਹਨੇ ਪਾਲਿਆ ਹੁੰਦਾ ਇਨਸਾਨ ਤਰ੍ਹਾਂ। ਉਹ ਮਤਲਬ ਉਹਦੇ ਨਾਲ ਭਾਈਚਾਰਾ ਰੱਖਦਾ ਬਾਂਦਰ। ਜੰਗਲ 'ਚ ਟੁਰ ਪੈਂਦੇ ਨੇ, ਟੁਰੇ ਜਾਂਦੇ ਨੇ, ਟੁਰੇ ਜਾਂਦੇ ਨੇ। ਅੱਗੇ ਕੀ ਵੇਖਦੇ ਨੇ ਕਿ ਇੱਕ ਸੁਹਾਗਾ ਪਿਆ ਹੁੰਦਾ। ਉਹ ਬਾਂਦਰ ਉਹਨੂੰ ਕਹਿੰਦਾ ਲੈ ਵੀ ਜਟਾ ਆ ਸੁਹਾਗਾ ਚੱਕ ਲੈ। ਉਹ ਕਹਿੰਦਾ ਅੱਲਾ ਦੇ ਬੰਦਿਆ ਬਾਂਦਰਾ, ਤੂੰ ਤਾਂ ਚੱਕਣਾ ਨਹੀਂ ਤੇ ਮੈਨੂੰ ਮਰਾਵੇਂਗਾ ਇੰਨਾ ਵਜ਼ਨ ਚੁਕਵਾ ਕੇ। ਉਹਨੇ ਕਿਹਾ ਜੇ ਨਾ ਸੌਰੀ ਭੁੱਲ ਗਏ, ਇੱਥੋਂ ਪਿੰਡ 'ਚੋਂ ਲੰਘਦੇ ਨੇ ਨਾ ਤੇ ਜੱਟ ਕਹਿੰਦਾ ਕਿ ਬਾਂਦਰਾ ਭੁੱਖ ਬੜੀ ਲੱਗੀ ਏ, ਮਰ ਗਏ ਆ ਭੁੱਖੇ, ਤੇ ਕੁਛ ਕਰ। ਉਹਨੇ ਕਿਹਾ ਵੀ ਠੀਕ ਹੈ ਮੈਂ ਕੁਛ ਕਰਨਾ, ਪਰ ਤੂੰ ਮੇਰੇ ਮਗਰ ਮਗਰ ਰਹੀਂ, ਜੇ ਕੋਈ ਟੰਬਿਆਂ ਵਾਲੇ ਅੱਪੜ ਪੈ ਤਾਂ ਬਚਾ ਲਈ। ਪਿੰਡ ਦੇ ਵਿੱਚੋਂ ਬਾਂਦਰ ਛਾਲ ਮਾਰ ਕੇ ਲੰਘਦਾ ਤੇ ਮਾਛੀ ਦਾਣੇ ਭੁੰਨੀ ਜਾਂਦਾ। ਦਾਣੇ ਭੁੰਨਦਾ ਜਦੋਂ ਤੇ ਉਹ ਪਟੋਲੀ ਜੀ ਦੇ ਵਿੱਚ ਦਾਣੇ ਰੱਖਦਾ ਹੈ ਭੁੰਨ ਕੇ, ਤੇ ਬਾਂਦਰ ਮਾਰਦਾ ਦਾ ਤੇ ਉਹ ਪਟੋਲੀ ਚੱਕ ਕੇ ਭੱਜ ਜਾਂਦਾ। ਮਗਰ ਆਵਾਮ ਲੱਗ ਜਾਂਦੀ ਹੈ, ਬਾਂਦਰ ਬਾਂਦਰ ਬਾਂਦਰ। ਬਾਂਦਰ ਕਿਉਂ ਕਾਬੂ ਆਉਂਦਾ। ਅੱਗੇ ਉਹਦਾ ਬੇਲੀ ਚੌਂਕ 'ਚ ਖੜਾ ਹੁੰਦਾ, ਉੱਥੋਂ ਨਿਕਲ ਪੈਂਦਾ ਉਹ ਵੀ ਉਸੇ ਰਾਹ ਤੇ। ਅਗਾਂ ਜੰਗਲ ਦੇ ਵਿੱਚ ਜਾ ਕੇ ਇਕੱਠੇ ਹੋ ਜਾਂਦੇ ਨੇ। ਹੁਣ ਜੱਟ ਕਹਿੰਦਾ ਬਾਂਦਰਾ ਮੈਨੂੰ ਭੁੱਖ ਲੱਗੀ ਹੈ ਤੇ ਮੈਨੂੰ ਚਣੇ ਦੇ। ਉਹ ਕਹਿੰਦਾ ਨਾ, ਐਡੇ ਸੌਖੇ ਨਹੀਂ ਲਿਆਂਦੇ ਜਿਹੜੇ ਤੈਨੂੰ ਚਣੇ ਦੇ ਦੇ। ਕੰਮ ਤੈਨੂੰ ਕਰਨੇ ਪੈਣਗੇ। ਹਾਂ, ਮੇਰੇ ਕੰਮ ਕਰਨੇ ਪੈਣਗੇ ਫਿਰ ਤੈਨੂੰ ਚਣੇ ਦਿਆਂਗਾ। ਉਹਨੇ ਕਿਹਾ ਚੱਲ ਯਾਰ ਤੂੰ ਮੈਨੂੰ ਚਣੇ ਦੇ ਤੇ ਮੈਂ ਤੇਰੇ ਕੰਮ ਕਰਾਂਗਾ ਜਿਹੜੇ ਤੂੰ ਕਹੇਂਗਾ। ਉਹਨੇ ਐ ਮੁੱਠ ਭਰੀ ਤੇ ਉਹਨੂੰ ਚਣੇ ਦੀ। और मैं ये जो मजा है ਖਾਲੀ ਹੁੰਦੀ हिंदुस्तान के हर व्यक्ति को देना चाहता हूँ। ਤੁਰ ਪਏ। ਅੱਗੇ ਜਾਂਦੇ ਪਏ ਨੇ ਤੇ ਅੱਗੇ ਵਾਹਨ ਦੇ ਵਿੱਚ ਇੱਕ ਸੁਹਾਗਾ ਪਿਆ ਹੈ। ਬਾਂਦਰ ਕਹਿੰਦਾ ਜਟਾ ਆ ਸੁਹਾਗਾ ਚੁੱਕ ਲੈ ਦੇ। ਉਹ ਕਹਿੰਦਾ ਵੀ ਮੈਂ ਤਾਂ ਨਹੀਂ ਚੁੱਕਦਾ। ਉਹ ਕਹਿੰਦਾ ਮੇਰੀ ਕੱਢ ਚਣੇ, ਨਹੀਂ ਚੁੱਕਣਾ। ਜੱਟ ਮਜਬੂਰ ਹੋ ਜਾਂਦਾ, ਚਣੇ ਖਾਦੇ ਹੋਏ ਸੀ, ਕਾਣਾ ਸੀ ਹੁੰਦਾ। ਜੱਟ ਨੂੰ ਉਹ ਸੁਹਾਗਾ ਚੱਕਣਾ ਪੈ ਜਾਂਦਾ। ਅੱਗੇ ਜਾਂਦੇ ਨੇ ਤੇ ਇੱਕ ਦਰਖਤ ਉੱਤੇ ਰੱਸਾ ਟੰਗਿਆ ਹੁੰਦਾ ਕਾਲੇ ਰੰਗ ਦਾ, ਤੇ ਬਾਂਦਰ ਕਹਿੰਦਾ ਲੈ ਵੀ ਆ ਰੱਸਾ ਵੀ ਜਟਾ ਲਾ ਲੈ। ਉਹ ਕਹਿੰਦਾ ਇਹਨਾਂ ਕੀ ਕਰਨਾ। ਉਹ ਕਹਿੰਦਾ ਤੂੰ ਚੱਕ ਲੈ, ਮੈਂ ਤੈਨੂੰ ਕਹੀ ਜਾਣਾ। ਅਮਰ ਰਹੇਗਾ ਤੂੰ। ਹਾਂ, ਜੱਟ ਰੱਸਾ ਵੀ ਚੱਕ ਲੈਂਦਾ। ਟੁਰ ਪੈਂਦੇ ਨੇ, ਟੁਰੇ ਜਾਂਦੇ ਨੇ। ਇੱਕ ਪਿੰਡ ਦੀ ਨਿਆਈ 'ਚ ਲੰਘਣ ਲੱਗਦੇ ਨੇ, ਉੱਥੇ ਢੋਲ ਵੱਜਦਾ ਹੁੰਦਾ, ਮੇਲਾ ਲੱਗਿਆ ਹੁੰਦਾ। ਬਾਂਦਰ ਕਹਿੰਦਾ ਲੈ ਵੀ ਜਟਾ ਆ ਸੁਹਾਗਾ ਇੱਥੇ ਰੱਖ ਦੇ, ਆ ਢੋਲ ਲੈ ਕੇ ਆ ਬੰਦੇ ਕੋਲੋਂ। ਉਹ ਕਹਿੰਦਾ ਤੇਰੇ ਚਣੇ ਵੜ ਗਏ ਸੀ ਤੇ ਅਸੀਂ 'ਚ ਮੈਂ ਢੋਲ ਨਹੀਂ ਲਿਆਂਦਾ, ਸਾਰਾ ਆਵਾਮ ਮੇਲਾ ਲੱਗਿਆ, ਮਾਰ ਮਾਰ ਜੁੱਤੀਆਂ ਮੈਨੂੰ ਗੰਜਾ ਕਰ ਦੇਣਗੇ। ਉਹ ਕਹਿੰਦਾ ਕੁਛ ਵੀ ਹੈ ਜੱਟਾ, ਤੈਨੂੰ ਇਸ ਢੋਲ ਲਿਆਣਾ ਪੈਣਾ। ਬਾਂਦਰ ਉਹ ਜੱਟ ਵੇਰ ਜਾਂਦਾ, ਨਹੀਂ ਜਾਂਦਾ। ਬਾਂਦਰ ਕਹਿੰਦਾ ਲੈ ਫਿਰ ਤੂੰ ਆ ਸਮਾਨ ਦੀ ਰਾਖੀ ਰੱਖ ਜਾ, ਇਹਨਾਂ ਨੂੰ ਮੰਜ਼ਲੇ ਮਕਸੂਦ ਤੇ ਲੈ ਚੱਲ, ਮੈਂ ਲਿਆਣਾ ਢੋਲ। ਜਦੋਂ ਨੂੰ ਬਾਂਦਰ ਢੋਲ ਲੈਣ ਜਾਂਦਾ, ਢੋਲੀ ਨੂੰ ਪਿਸ਼ਾਬ ਆਉਂਦਾ। ਢੋਲ ਉਹ ਲਾ ਕੇ ਬੰਨੇ ਤੇ ਰੱਖ ਦਿੰਦਾ ਤੇ ਆਪ ਪਿਸ਼ਾਬ ਕਰਦਾ, ਪਿੱਛੋਂ ਢੋਲ ਨੂੰ ਬਾਂਦਰ ਪਾਉਂਦਾ ਜੱਫਾ ਤੇ ਹੋ ਗਿਆ। ਪਿੱਛੇ ਆਵਾਮ ਲੱਗ ਜਾਂਦੀ ਹੈ, ਬਾਂਦਰ ਨਿਕਲ ਜਾਂਦਾ ਢੋਲ ਲੈ। ਚੱਲ ਸੋ ਚੱਲ, ਚੱਲ ਸੋ ਚੱਲ। ਉਸ ਖੂਹ ਤੇ ਪਹੁੰਚ ਜਾਂਦੇ ਨੇ ਜਿੱਥੇ ਉਹ ਦੇ ਦੀ ਰਹਿਸ਼ ਹੁੰਦੀ।
ਉਹ ਹੁਣ ਕਹਿੰਦੇ ਨੇ ਵੀ ਜੱਟ ਨੂੰ ਬਾਂਦਰ ਕਹਿੰਦਾ ਵੀ ਆਵਾਜ਼ ਮਾਰ ਇੱਥੇ ਖੂਹ ਦੇ ਵਿੱਚ ਕੋਈ ਹੋਏਗਾ ਤੇ ਨਿਕਲੇਗਾ। ਜੱਟ ਖੂਹ ਤੇ ਖਲੋ ਕੇ ਆਵਾਜ਼ ਮਾਰਦਾ ਕੋਈ ਹੈ ਕੋਈ ਹੈ ਕੋਈ ਹੈ, ਤੇ ਉਹ ਬਾਦਸ਼ਾਹਜ਼ਾਦੀ ਕੱਲੀ ਹੁੰਦੀ, ਉਹ ਕੰਨ ਭੰਨਦੀ, ਉਹ ਆਂਦੀ ਮਹਿਲ ਚੋਂ ਬਾਹਰ ਖੂਹ ਦੇ ਅੱਗੇ ਸਾਹਮਣੇ ਆਂਦੀ, ਕਹਿੰਦੀ ਕਿ ਅੱਲਾ ਦੇ ਬੰਦੇ ਤੁਸੀਂ ਮੇਰੇ ਬਾਦਸ਼ਾਹਜ਼ਾਦੇ ਦੇ ਭੇਜੇ ਫੌਜੀ ਜੇ? ਉਹ ਕਹਿੰਦੇ ਨੇ ਹਾਂ ਸਾਨੂੰ ਬਾਦਸ਼ਾਹ ਸਾਹਿਬ ਨੇ ਭੇਜਿਆ ਤੈਨੂੰ ਬਚਾਉਣ ਵਾਸਤੇ। ਉਹਨੇ ਕਿਹਾ ਫਿਰ ਆ ਜਾਓ, ਇਸ ਟਾਈਮ ਦੇਖ ਕੋ ਨਹੀਂ ਹੈਗਾ ਘਰ, ਪਰ ਜ਼ਿਆਦਾ ਦੇਰ ਤੁਸੀਂ ਰਹੋਗੇ ਤੇ ਤੁਸੀਂ ਵੀ ਮਾਰੇ ਜਾਓਗੇ। ਉਹ ਜੀ ਰੱਸਾ ਲਮਕਾਉਂਦੇ ਨੇ ਖੂਹ ਦੇ ਵਿੱਚ, ਤੇ ਖੂਹ ਦੇ ਵਿੱਚ ਲੈ ਜਾਂਦੇ ਨੇ, ਢੋਲ ਵੀ ਲੈ ਜਾਂਦੇ ਨੇ, ਸੁਹਾਗਾ ਵੀ ਸਿੱਟ ਲੈਂਦੇ ਨੇ, ਆਪ ਵੀ ਲੈ ਜਾਂਦੇ ਨੇ ਥੱਲੇ। ਅੱਗੇ ਜਾਂਦੇ ਨੇ ਤਾਂ ਵੇਖਦੇ ਨੇ ਬੜਾ ਆਲੀਸ਼ਾਨ ਮਹਿਲ ਖੂਹ ਦੇ ਵਿੱਚ ਬਣਿਆ ਹੁੰਦਾ ਹੈ, ਤੇ ਉੱਥੇ 10 ਮਿੰਟ ਬਹਿੰਦੇ ਨੇ। ਬਾਦਸ਼ਾਹਜ਼ਾਦੀ ਕਹਿੰਦੀ ਹੈ ਲੈ ਵੀ ਹੁਣ ਤੁਸੀਂ ਐਵੇਂ ਕਰੋ, ਤੁਸੀਂ ਹੁਣ ਲੁਕ ਜਾਓ, ਛੱਤ ਤੇ ਚਲ ਜਾਓ, ਛੱਤ ਤੇ ਚਲੇ ਜਾਓ, ਤੇ ਜਿੰਨ ਦਾ ਆਉਣ ਦਾ ਟਾਈਮ ਹੋ ਗਿਆ। ਉਹ ਬਾਂਦਰ ਸਾਰ ਚੀਜ਼ ਆਪਣੀ ਲੈ ਕੇ ਛੱਤ ਤੇ ਚਲੇ ਜਾਂਦੇ ਨੇ। ਕੀ ਦੇ ਆਂਦਾ ਮਾਨਸੂ 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 ਆਦਮਬੋ ਵੀ ਉਹ ਕਹਿੰਦੀ ਵੀ ਮੈਂ ਹੀ ਬੈਠੀ ਆ, ਮੈਨੂੰ ਖਾ ਲੈ, ਹੋਰ ਬੰਦਾ ਕੋਈ ਨਹੀਂ ਇੱਥੇ, ਜੂਨ ਕਿਸੇ ਦੀ ਜ਼ਰੂਰਤ ਹੀ ਨਹੀਂ ਇੱਥੇ ਆਉਣ ਦੀ। ਉਹ ਇੰਨਿਆਂ ਨੂੰ ਜਿੰਨਿਆਂ ਨੂੰ ਗੱਲਾਂ ਬਾਤਾਂ ਕਰਦੇ ਨੇ ਉਹਨਾਂ ਨੂੰ ਉਹ ਛੱਤ ਪੱਟ ਲੈਂਦੇ ਨੇ ਉਤੋਂ। ਨਹੀਂ ਸਰਾਖ ਨਹੀਂ ਦੇਖਦੇ ਨੇ। ਆਹੋ ਸਰਾਖ ਦਾ ਛੱਤ ਪੱਟਣਗੇ ਤੇ ਸਰਾਖ ਵੇਖਣਗੇ ਨਾ, ਛੱਤ ਥੋੜੀ ਜਿਹੀ ਪੱਟਦੇ ਨੇ, ਪੱਟ ਕੇ ਵੇਖਦੇ ਨੇ ਤੇ ਉਹ ਦੇ ਦੀ ਨਿਗਾਹ ਪੈਂਦੀ। ਦੇ ਪੁੱਛਦਾ ਕੌਣ? ਉਹ ਕਹਿੰਦਾ ਮੈਂ ਤੇਰੇ ਤੋਂ ਵੱਡਾ, ਤੇਰਾ ਪਿਓ ਦੇ। ਉਹ ਕਹਿੰਦਾ ਤੂੰ ਦੇ ਕਿੱਥੋਂ ਆ ਗਿਆ? ਉਹਨੇ ਕਿਹਾ ਮੈਂ ਦੇ ਆ। ਉਹਨੇ ਕਿਹਾ ਦੇ ਨਿਸ਼ਾਨੀ, ਤੇ ਬਾਂਦਰ ਉਹਨੂੰ ਕਹਿੰਦਾ ਛੱਡ ਸੁਹਾਗਾ। ਹੁਣ ਜਦੋਂ ਸੁਹਾਗਾ ਸੱਟਦਾ ਤੇ ਉਹ ਪੁੱਛਦਾ ਇਹ ਕੀ? ਤੇ ਬਾਂਦਰ ਉਹਨੂੰ ਕਹਿੰਦਾ ਇਹਨੂੰ ਦੱਸ ਇਹ ਮੇਰਾ ਦੰਦ। ਉਹ ਜਦੋਂ ਦੇ ਪੁੱਛਦਾ ਇਹ ਕੀ? ਉਹ ਕਹਿੰਦਾ ਇਹ ਮੇਰਾ ਦੰਦ। ਉਹ ਦੇ ਕਹਿੰਦਾ ਐਡਾ ਦੰਦ ਦਿੰਦਾ ਤੇ ਇਹ ਤਾਂ ਮੇਰੇ ਤੋਂ ਬਹੁਤ ਭਾਰੀ ਵੱਡੀ ਬਲਾ ਹੈ। ਉਹਨੇ ਕਿਹਾ ਦੂਸਰੀ ਨਿਸ਼ਾਨੀ ਛੱਡ ਦੇ। ਬਾਂਦਰ ਕਹਿੰਦਾ ਰੱਸਾ ਛੱਡ ਦੇ। ਰੱਸਾ ਜਿਸਲੇ ਸਿੱਟਿਆ ਉਹ ਪੁੱਛਦਾ ਇਹ ਕੀ? ਉਹ ਕਹਿੰਦਾ ਮੇਰੀ ਮੁੱਛ ਦਾ ਵਾ। ਉਹ ਕਹਿੰਦਾ ਭੈਣ ਦੀ ਆ ਗਈ ਏਡੀ ਵੱਡੀ ਮੁੱਛ, ਇਹ ਤਾਂ ਮੈਨੂੰ ਮੁੱਛਾਂ ਨਾਲ ਬੰਨ ਕੇ ਮਾਰ ਦੇਗਾ। ਉਹਨੇ ਕਿਹਾ ਤੀਸਰੀ ਨਿਸ਼ਾਨੀ ਸੱਟ। ਉਹਨੇ ਕਿਹਾ ਤਲਵਾਰ ਸੱਟ ਦੇ। ਉਹਨੇ ਤਲਵਾਰ ਸੱਟੀ। ਉਹਨੇ ਕਿਹਾ ਇਹ ਕੀ? ਉਹਨੇ ਕਿਹਾ ਮੇਰਾ ਨਾਖੂਨ। ਉਹਨੇ ਕਿਹਾ ਹੈ ਐਡਾ ਨਾਖੂਨ ਭੈਣ ਚੋ, ਇਹਦੀ ਐਂ ਕਰੇਗਾ ਤੇ ਮੇਰਾ ਸਿਰ ਲਾ ਦੇਗਾ। ਦੇ ਜਨਾਬ ਉੱਥੋਂ ਡਰ ਗਿਆ ਤੇ ਪਿੱਛੋਂ ਬਾਂਦਰ ਨੇ ਢੋਲ ਤੇ ਸੱਟ ਮਾਰਦੀ, ਦੜਲ ਦੜਲ, ਤੇ ਬਾਂਦਰ ਔਰ ਦੇ ਔਰ ਗਲੀਆਂ ਜੂ ਹੀ ਛੱਡ ਗਿਆ। ਲਓ ਜੀ ਦੇ ਨੱਸ ਗਿਆ। ਉਹ ਜੱਟ ਨੇ ਕੱਢੀ ਬਾਦਸ਼ਾਹਜ਼ਾਦੀ ਬਾਹਰ, ਬਾਂਦਰ ਲਿਆ ਨਾਲ, ਤੇ ਬਾਦਸ਼ਾਹ ਕੋਲੇ ਆ ਗਿਆ। ਬਾਦਸ਼ਾਹ ਨੇ ਜਨਾਬ ਬੜਾ ਖੁਸ਼ ਹੋਇਆ, ਬੜਾ ਉਹਨੂੰ ਰਾਜ ਭਾਗ ਦਿੱਤਾ, ਬੜਾ ਇਨਾਮ ਕਨਾਮ ਇੰਨਾ ਕੋ ਦਿੱਤਾ ਕਿ ਸਾਰੀ ਜ਼ਿੰਦਗੀ ਬਹਿ ਕੇ ਖਾਵੇ ਤੇ ਉਹ ਨਹੀਂ ਮੁੱਕ ਸਕਦਾ।